ਤੇ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਰਾਮ ਰਹੀਮ ਤੋਂ ਕਰਾਂਗੇ। ਰਾਮ ਰਹੀਮ ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਜਾਰੀ ਹੈ। ਦੋ ਵੱਖ-ਵੱਖ ਪਟੀਸ਼ਨਾਂ ਤੇ ਸੁਣਵਾਈ ਜਾਰੀ ਹੈ। ਡੇਰਾ ਮੁਖੀ ਨੇ ਪ੍ਰੋਡਕਸ਼ਨ ਵਾਰੰਟ ਨੂੰ ਚੁਣੌਤੀ ਦਿੱਤੀ ਹੈ। ਸੁਨਾਰੀਆ ਜੇਲ੍ਹ ਦੇ ਵਿੱਚ ਹੀ ਪੁੱਛਗਿੱਛ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ੀ ਦੀ ਵੀ ਗੱਲ ਕਹੀ ਗਈ ਹੈ। ਫਰੀਦਕੋਟ ਅਦਾਲਤ ਨੇ ਜਾਰੀ ਕੀਤਾ ਹੈ ਪ੍ਰੋਡਕਸ਼ਨ ਵਾਰੰਟ। ਕੱਲ ਪੇਸ਼ ਕਰਨ ਦੇ ਦਿੱਤੇ ਹੋਏ ਨੇ ਆਦੇਸ਼ ਔਰ ਜਿਸ ਦੇ ਚੱਲਦੇ ਇਸ ਤੋਂ ਇਲਾਵਾ ਗੱਲ ਕੀਤੀ ਜਾਏ ਤਾਂ ਅਗਾਊ ਜ਼ਮਾਨਤ ਦੀ ਅਰਜ਼ੀ ਤੇ ਵੀ ਸੁਣਵਾਈ ਜਾਰੀ ਹੈ। ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਰਾਮ ਰਹੀਮ ਹਾਲ ਹੀ ਦੇ ਵਿੱਚ ਸੇਲ ਜੇਲ੍ਹ ਦੇ ਵਿੱਚ ਬੰਦ ਹੈ ਤੇ ਸਜ਼ਾ ਭੁਗਤ ਰਿਹਾ ਹੈ। ਸਾਧਵੀਆਂ ਦੇ ਨਾਲ ਜਬਰ ਜਨਾਹ। ਇਸ ਤੋਂ ਇਲਾਵਾ ਰਣਜੀਤ ਮਰਡਰ ਕੇਸ ਦੇ ਵਿੱਚ ਵੀ ਹਾਲ ਹੀ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਉਸ ਤੋਂ ਬਾਅਦ ਬੇਅਦਬੀ ਮਾਮਲੇ ਨੂੰ ਲੈ ਕੇ ਹੁਣ ਫਿਜ਼ੀਕਲੀ ਜਿਹੜਾ ਪੇਸ਼ ਹੋਣ ਨੂੰ ਲੈ ਕੇ ਇਹ ਪ੍ਰੋਡਕਸ਼ਨ ਵਾਰੰਟ ਮਿਲਿਆ ਸੀ, ਜਿਸ ਤੋਂ ਬਾਅਦ ਹੁਣ ਇਹ ਪਟੀਸ਼ਨ ਪਾਈ ਗਈ ਹੈ ਔਰ ਪਟੀਸ਼ਨ ਤੇ ਹੁਣ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ। ਦੋ ਵੱਖ-ਵੱਖ ਪਟੀਸ਼ਨਾਂ ਨੇ ਜਿਸ ਤੇ ਸੁਣਵਾਈ ਜਾਰੀ ਹੈ। ਡੇਰਾ ਮੁਖੀ ਨੇ ਪ੍ਰੋਡਕਸ਼ਨ ਵਾਰੰਟ ਨੂੰ ਚੁਣੌਤੀ ਦਿੱਤੀ ਹੈ ਔਰ ਸੁਨਾਰੀਆ ਜੇਲ੍ਹ ਦੇ ਵਿੱਚ ਹੀ ਪੁੱਛਗਿੱਛ ਕੀਤੇ ਜਾਣ ਦੀ ਮੰਗ ਕੀਤੀ ਔਰ ਫੋਨ ਲਾਈਨ ਤੇ ਨੇ ਪੱਤਰਕਾਰ ਉਮੇਸ਼ ਸ਼ਰਮਾ। ਜੀ ਉਮੇਸ਼, ਕੀ ਕੁਝ ਜਾਣਕਾਰੀ ਜੇਕਰ ਹਾਲ ਹੀ ਦੀ ਸੁਣਵਾਈ ਦੀ ਗੱਲ ਕੀਤੀ ਜਾਏ? ਦੇਖੋ, ਜਿਹੜੀ ਦੋ ਪਟੀਸ਼ਨ ਫਾਈਲ ਹੈ, ਇੱਕ ਅਗਾਊਂ ਜ਼ਮਾਨਤ ਦੀ ਤੇ ਨਾਲੇ ਜਿਹੜਾ ਪ੍ਰੋਡਕਸ਼ਨ ਵਾਰੰਟ ਹੈ ਫਰੀਦਕੋਟ ਜ਼ਿਲ੍ਹਾ ਅਦਾਲਤ ਵੱਲੋਂ ਫਰੀਦਕੋਟ ਵਾਰੰਟ ਇਸ਼ੂ ਕੀਤਾ ਗਿਆ, ਉਹਦੋਂ ਨੂੰ ਚੈਲੰਜ ਕੀਤਾ ਗਿਆ। ਤੇ ਜੇ ਮੈਂ ਪਹਿਲੀ ਪਟੀਸ਼ਨ ਦੀ ਗੱਲ ਕਰਾਂ, ਜਿਹੜੀ ਬੇਲ ਅਗਰੀਮ ਅਗਾਊਂ ਜ਼ਮਾਨਤ ਦੀ ਹੈ, ਉਹਦੇ ਵੀ ਸੁਣਵਾਈ ਹੈ। ਤੇ ਦੂਜੀ ਪਟੀਸ਼ਨ ਜਿਹੜੀ ਫਿਕਸ ਟੂਡੇ ਅੱਜ ਹੀ ਉਹ ਲਾਈ ਗਈ ਸੀ। ਹਾਲਾਂਕਿ ਪਟੀਸ਼ਨ ਫਾਈਲ ਹੋ ਚੁੱਕੀ ਸੀ, ਲੇਕਿਨ ਉਹ ਟੈਕਨੀਕਲੀ ਇੱਕ ਵਰਡ ਹੁੰਦਾ ਹੈ ਫਿਕਸ ਟੂਡੇ, ਉਹ ਅੱਜ ਹੈ। ਉਹ ਵੀ ਅੱਜ ਸੇਮ ਹਾਈ ਕੋਰਟ ਦੇ ਜਸਟਿਸ ਦੇ ਸਾਹਮਣੇ ਪੇਸ਼ ਕੀਤੀ ਗਈ ਹੈ ਤੇ ਉਸ ਤੇ ਵੀ ਸੁਣਵਾਈ ਜਾਰੀ ਹੈ। ਦੋ ਪਟੀਸ਼ਨਾਂ, ਯਾਨੀ ਕਿ ਜਿਹੜਾ ਪ੍ਰੋਡਕਸ਼ਨ ਵਾਰੰਟ ਹੈ ਉਹਨੂੰ ਚੈਲੰਜ ਕੀਤਾ ਗਿਆ, ਉਹਦੀ ਵੀ ਸੁਣਵਾਈ, ਤੇ ਨਾਲੇ ਅਗਾਊਂ ਜਿਹੜੀ ਜ਼ਮਾਨਤ ਮੰਗੀ ਗਈ ਹੈ ਉਸੇ ਪ੍ਰੋਡਕਸ਼ਨ ਵਾਰੰਟ ਨੂੰ ਲੈ ਕੇ ਉਹਦੀ ਵੀ ਸੁਣਵਾਈ ਜਾਰੀ ਹੈ। ਕੁਛ ਦੇਰ ਵਿੱਚ ਸਾਫ਼ ਹੋ ਜਾਏਗਾ ਕਿ ਕੀ ਰਾਮ ਰਹੀਮ ਨੂੰ ਕਿਆ ਰਿਲੀਫ ਮਿਲਦੀ ਹੈ ਜਾਂ ਕੀ ਪ੍ਰੋਡਕਸ਼ਨ ਵਾਰੰਟ ਐਜ਼ ਇਟ ਇਜ਼ ਸਟਿਲ ਸਟੈਂਡ ਰਹਿੰਦਾ। ਜਿਹੜੀ ਵੀ ਜਾਣਕਾਰੀ ਹੋਗੀ ਜ਼ਰੂਰ ਸਾਂਝਾ ਕਰਾਂਗੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਉਮੇਸ਼, तमाम ਜਾਣਕਾਰੀ ਦੇ ਲਈ ਧੰਨਵਾਦ। ਸੋ ਰਾਮ ਰਹੀਮ ਦੀਆਂ ਮੁਸ਼ਕਿਲਾਂ ਘਟਦੀਆਂ ਨਹੀਂ ਬਲਕਿ ਵਧਦੀਆਂ ਨਜ਼ਰ ਆ ਰਹੀਆਂ ਨੇ। ਰੋਜ਼ਾਨਾ ਹੀ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਜਿਹੜੀ ਸੁਣਵਾਈ ਹੈ ਉਹ ਹੋ ਰਹੀ ਹੈ ਔਰ ਹਾਲ ਹੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਜੇਲ੍ਹ ਦੇ ਵਿੱਚ ਬੰਦ ਹੈ ਤੇ ਸਜ਼ਾ ਭੁਗਤ ਰਿਹਾ ਤੇ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕੀ ਕੁਝ ਸੁਣਵਾਈ ਹੋਏਗੀ ਵੇਖਣ ਵਾਲੀ ਗੱਲ ਹੋਏਗੀ। तो डेरा मुखी ने प्रोडक्शन वारंट ਨੂੰ ਚੁਣੌਤੀ ਦਿੱਤੀ ਹੈ ਔਰ ਫਰੀਦਕੋਟ ਅਦਾਲਤ ਤੇ ਕੱਲ ਪੇਸ਼ ਕਰਨ ਦੇ ਆਦੇਸ਼ ਜਿਹੜੇ ਨੇ ਦਿੱਤੇ ਹੋਏ ਨੇ। ਅਗਾਊਂ ਜ਼ਮਾਨਤ ਨੂੰ ਲੈ ਕੇ ਤੇ ਨਾਲ ਹੀ ਪ੍ਰੋਡਕਸ਼ਨ ਵਾਰੰਟ ਨੂੰ ਚੁਣੌਤੀ ਦਿੱਤੀ ਹੈ ਔਰ ਇਹਨਾਂ ਦੋਵਾਂ ਹੀ ਪਟੀਸ਼ਨਾਂ ਤੇ ਜਿਹੜੀ ਸੁਣਵਾਈ ਹੋ ਰਹੀ, ਜਿਵੇਂ ਉਮੇਸ਼ ਵੀ ਜਾਣਕਾਰੀ ਦੇ ਰਹੀ ਸੀ ਕਿ ਥੋੜੀ ਦੇਰ ਦੇ ਵਿੱਚ ਲਗਭਗ ਸਾਫ਼ ਹੋ ਜਾਏਗਾ, ਯਾਨੀ ਕਿ ਸੁਣਵਾਈ ਖਤਮ ਹੋਣ ਤੋਂ ਬਾਅਦ ਸਾਫ਼ ਹੋਏਗਾ ਕਿ ਆਖਿਰਕਾਰ ਅੱਗੇ ਵਾਸਤੇ ਕੀ ਕੁਝ ਕੋਰਟ ਜਿਹੜਾ ਹੈ ਉਹ ਸੁਣਾਉਂਦਾ ਹੈ ਇਸ ਪਟੀਸ਼ਨ ਨੂੰ ਲੈ ਕੇ। ਤੇ ਅੱਗੇ ਵਧਾਂਗੇ, ਗੱਲ ਕਰਾਂਗੇ। ਅੱਜ ਨਹੀਂ ਹੋਵੇਗੀ ਅਮਿਤ ਸ਼ਾਹ ਤੇ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ। ਅਮਿਤ ਸ਼ਾਹ ਦੇ ਗੁਜਰਾਤ ਦੌਰੇ ਕਰਕੇ ਇਹ ਮੁਲਾਕਾਤ ਟਲੀ ਹੈ ਔਰ ਖਾਸ ਤੌਰ ਤੇ ਦੱਸੀ ਕਿ ਗੁਜਰਾਤ ਦੌਰੇ ਕਰਕੇ ਹੀ ਮੁਲਾਕਾਤ ਜਿਹੜੀ ਟਲੀ, ਲੇਕਿਨ ਬੀਤੇ ਦਿਨ ਕਿਹਾ ਗਿਆ ਸੀ ਕਿ ਮੁਲਾਕਾਤ ਹੋਵੇਗੀ ਔਰ ਖਾਸ ਤੌਰ ਤੇ ਖੇਤੀ ਕਾਨੂੰਨਾਂ ਦਾ ਸਭ ਤੋਂ ਵੱਡਾ ਮਸਲਾ ਹੈ, ਕਿਉਂਕਿ ਜਦੋਂ ਤੋਂ ਅਮਿਤ ਸ਼ਾਹ ਹੋਰਾਂ ਦੇ ਨਾਲ ਪਹਿਲਾਂ ਮੁਲਾਕਾਤ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਜਦੋਂ ਤੋਂ ਬੀਜੇਪੀ ਦੇ ਸੰਪਰਕ ਦੇ ਵਿੱਚ ਜ਼ਿਆਦਾਤਰ ਆ ਰਹੇ ਨੇ ਤਾਂ ਖੇਤੀ ਕਾਨੂੰਨ ਦਾ ਸਭ ਤੋਂ ਵੱਡਾ ਮਸਲਾ ਹੀ ਕਿਹਾ ਜਾ ਰਿਹਾ ਹੈ। ਸੋ ਮਾਇਰਾਂ ਦੇ ਵਫਦ ਦੇ ਨਾਲ ਇਹ ਮੁਲਾਕਾਤ ਕਰਨੀ ਸੀ, ਕਿਸਾਨੀ ਮਸਲੇ ਨੂੰ ਲੈ ਕੇ ਮੁਲਾਕਾਤ ਹੋਣੀ ਸੀ। ਸੋ ਅੱਜ ਤੋਂ ਰਾਸ਼ਟਰਪਤੀ ਦਾ ਗੁਜਰਾਤ ਦੌਰਾ ਹੈ। 31 ਅਕਤੂਬਰ ਨੂੰ ਗੁਜਰਾਤ ਦੇ ਵਿੱਚ ਰਾਸ਼ਟਰੀ ਏਕਤਾ ਦਿਵਸ ਪ੍ਰੋਗਰਾਮ ਦੀ ਅਗਵਾਈ ਸ਼ਾਹ ਨੇ ਕਰਨੀ ਹੈ, ਜਿਸ ਕਰਕੇ ਮੁਲਾਕਾਤ ਨਹੀਂ ਹੋਈ ਹੈ। ਜਲਦੀ ਹੀ ਮੁਲਾਕਾਤ ਦੇ ਲਈ ਅਗਲਾ ਸਮਾਂ ਤੈਅ ਕੀਤਾ ਜਾਵੇਗਾ, ਕਿਉਂਕਿ ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੀ ਗਈ ਸੀ। ਹਾਲਾਂਕਿ ਇਸ ਦੇ ਵਿੱਚ ਇਕੱਲੇ ਹੀ ਨਜ਼ਰ ਆ ਰਹੇ ਸੀ। ਕਈ ਕਿਆਸ ਸਨ ਕਿ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਨੇ, ਪਰ ਜੇ ਨਹੀਂ ਹੋਇਆ। ਪਰ ਸਭ ਤੋਂ ਵੱਡਾ ਮਸਲਾ ਇਸ ਵੇਲੇ ਪੰਜਾਬ ਦਾ ਜੋ 2022 ਦੇ ਮੱਦੇਨਜ਼ਰ ਸਭ ਤੋਂ ਅਹਿਮ ਹੈ ਖੇਤੀ ਕਾਨੂੰਨਾਂ ਦਾ। ਸੋ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਪੂਰੀਆਂ ਕੋਸ਼ਿਸ਼ਾਂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਕਿ ਬੀਜੇਪੀ ਦੇ ਨਾਲ ਰਾਬਤਾ ਕਰਕੇ ਇਸ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕਰਾਇਆ ਜਾਵੇ। उधर राहुल गांधी के नाल सीएम चन्नी ने मुलाकात की है। करीब 2.5 घंटे तक मुलाकात चली है। पंजाब कांग्रेस इंचार्ज हरीश चौधरी भी मौजूद रहे ने। मीडिया के नाल बिना गल कीतियां ही सीएम चन्नी निकले ने। सो दस दईए कि मुलाकात लगातार चल रही ने। खास तौर पर बड़ा मसला इस वेले सारे ही मसलों को लैके, क्योंकि जिस तरह के नाल थोड़े दिनों तो नवजोत सिंह सिद्धू के नाल भी नाराजगियां चल रही ने। इस तो इलावा जेकर गल की जाए तो कैप्टन अमरिंदर सिंह भी दूसरे पासे मूँह करते हुए नजर आ रहे थे। हालांकि हाल ही दे उन्होंने इस्तीफा टाल दिता है। सो इस तो इलावा भी होर सारे कई मसले ने सो जिस दे बाबत चर्चावां कह सकते हैं कि इस मीटिंग दे विच होईयां होणगीआं। सो ये 2.5 घंटे मुलाकात चल रही है करीब और राहुल गांधी दे नाल सीएम चन्नी दी। हालांकि सीएम चन्नी कुछ कहे बिना ही निकलते हुए नजर आए ने और हरीश चौधरी जो नवे इंचार्ज ने पंजाब कांग्रेस के वो भी इस मीटिंग दे विच मौजूद रहे हैं। सो मीडिया के नाल तक खैर कोई राबता नहीं किया, पर अहम मीटिंग जी है 2.5 घंटे जरूर चली है। सो 2.5 घंटे अहम चर्चावां हुई ने सीएम चन्नी दी राहुल गांधी के नाल।
तो पंजाब कांग्रेस इंचार्ज हरीश चौधरी भी ਜਿਹੜੇ ਨੇ ਉਹ ਮੌਜੂਦ ਰਹੇ ਨੇ ਔਰ ਖਾਸ ਤੌਰ ਤੇ ਜਦੋਂ ਤੋਂ ਸੀਐਮ ਚੰਨੀ ਨੂੰ ਬਾਗਡੋਰ ਮਿਲੀ ਹੈ ਪੰਜਾਬ ਦੀ ਉਸ ਵੇਲੇ ਤੋਂ ਹੀ ਉਹਨਾਂ ਦੇ ਵੱਲੋਂ ਲਗਾਤਾਰ ਸੰਜੀਦਗੀ ਵਿਖਾਉਂਦੇ ਹੋਏ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤੇ ਕੰਮਕਾਰ ਵੀ ਜਿਹੜਾ ਉਹ ਕਹਿ ਸਕਦੇ ਹਾਂ ਕਿ ਦਿਨ ਰਾਤ ਵੇਖਿਆ ਜਾ ਰਿਹਾ ਤੇ ਖੁਦ ਹੀ ਆਪਣੀ ਜ਼ੁਬਾਨੀ ਵੀ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ 17 ਤੋਂ 18 ਘੰਟੇ ਉਹ ਕੰਮ ਕਰ ਰਹੇ ਨੇ ਤਾਂ ਕਿ ਲੋਕਾਂ ਦੇ ਵਾਸਤੇ ਕੁਝ ਕੰਮ ਇਸ ਥੋੜੇ ਸਮੇਂ ਦੇ ਵਿੱਚ ਕੀਤਾ ਜਾ ਸਕੇ। ਹਾਲਾਂਕਿ ਜੇਕਰ ਰਾਹੁਲ ਗਾਂਧੀ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਵੀ ਪੂਰੀ ਸੰਜੀਦਗੀ ਦੇ ਨਾਲ ਹਾਈ ਕਮਾਂਡ ਦੇ ਵੱਜੋਂ ਜਿਹੜਾ ਹੈ ਉਹ ਪੰਜਾਬ ਦੇ ਮਸਲੇ ਨੂੰ ਲੈ ਕੇ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਬਾਕੀ ਜਿੱਥੇ ਵਿਧਾਨ ਸਭਾ ਚੋਣਾਂ ਨੇ ਸੋ ਉਹਨਾਂ ਦੇ ਸੰਜੀਦਗੀ ਵਿਖਾਈ ਜਾ ਰਹੀ ਹੈ ਤੇ ਖਾਸ ਤੌਰ ਤੇ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਜਿੱਥੇ ਆਪਸੀ ਮਤਭੇਦ ਸੀ ਸੋ ਉਸ ਤੋਂ ਬਾਅਦ ਹੁਣ ਬਾਕੀ ਦੇ ਕੰਮਾਂ ਕਾਰਾਂ ਨੂੰ ਵੇਖਿਆ ਜਾ ਰਿਹਾ ਹੈ।